ਆਟੋਮੈਟਿਕ ਜੇ ਆਪਾਂ ਸਿਸਟਮਸ ਦੀ ਗੱਲ ਕਰੀਏ, ਇੰਡਸਟਰੀ 'ਚ ਮੈਨੂਫੈਕਚਰਿੰਗ 'ਚ ਗੱਲ ਕਰੀਏ, ਉੱਥੇ ਵੀ ਬਹੁਤ ਹਿਊਮਨਸ ਦੀ ਦੇ ਆਰ ਰਿਪਲੇਸਿੰਗ ਹਿਊਮਨਸ। ਜੇ ਆਪਾਂ ਕਹਿ ਰਹੇ ਹਾਂ ਕਿ ਇਹ ਆਪਣੀਆਂ ਜੌਬਸ ਲੈ ਰਹੇ ਹੈ, ਬਟ ਇਹ ਵੀ ਦੇਖੋ ਤੁਸੀਂ ਕੋਈ ਐਸੇ ਲਿਖਣ ਲਈ ਆਪਾਂ ਨੂੰ ਕਿੰਨਾ ਜ਼ਿਆਦਾ ਟਾਈਮ ਲੱਗ ਜਾਂਦਾ ਸੀ। ਹੁਣ ਆਪਾਂ ਸਿਰਫ ਚੈਟ ਜੀਪੀਟੀ ਦੇ ਥਰੂ ਈਜ਼ੀਲੀ ਐਸੇ ਲਿਖ ਸਕਦੇ ਹਾਂ, ਠੀਕ ਹੈ, ਇੱਕ ਜਰਨਲ ਲਿਖ ਸਕਦੇ ਹਾਂ, ਆਰਟੀਕਲਸ ਲਿਖ ਸਕਦੇ ਹਾਂ, ਤਾਂ ਆਪਣਾ ਕੰਮ ਈਜ਼ੀ ਵੀ ਤਾਂ ਹੋ ਰਿਹਾ ਹੈ ਨਾ। ਤੁਸੀਂ ਉਹੀ ਕੰਮ ਉਹੀ ਟਾਈਮ ਆਪਣਾ ਯੂਜ਼ ਕਰ ਸਕਦੇ ਹੋ ਕਿ ਕੁਝ ਹੋਰ ਕ੍ਰੀਏਟਿਵ ਕਰਨ ਲਈ। ਅੱਜ ਅਸੀਂ ਪਹੁੰਚੇ ਹਾਂ ਜੀ GNE ਕਾਲਜ ਲੁਧਿਆਣਾ ਦੇ ਵਿੱਚ, ਜਿੱਥੇ ਸਾਡੇ ਨਾਲ ਇਸੇ ਫੀਲਡ ਦੇ ਨਾਲ ਰਿਲੇਟਿਡ ਜਿਹੜੇ ਪ੍ਰੋਫੈਸਰਸ ਨੇ ਉਹ ਮੌਜੂਦ ਨੇ। ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਿਕਲੀ ਕੰਪਿਊਟਰ ਸਾਇੰਸ ਦੀ ਫੀਲਡ ਹੈ, ਜਿਹੜੀ ਸਿਮੂਲੇਟ ਕਰਦੀ ਹੈ ਹਿਊਮਨ ਬਿਹੇਵੀਅਰ ਨੂੰ। ਜੇ ਆਪਾਂ ਗੱਲ ਕਰੀਏ ਕਿ ਇਹ ਮਸ਼ੀਨਸ ਕਿਵੇਂ ਵਰਕ ਕਰਦੀਆਂ, ਆਰਟੀਫਿਸ਼ੀਅਲੀ ਇੰਟੈਲੀਜੈਂਟ ਸਿਸਟਮਸ ਜਾਂ ਸੌਫਟਵੇਅਰਸ, ਇਹ ਵਰਕ ਕਰ ਰਹੇ ਹੈ ਡੇਟਾ 'ਤੇ। ਜਦੋਂ ਆਰਟੀਫਿਸ਼ੀਅਲੀ ਇੰਟੈਲੀਜੈਂਟ ਸਿਸਟਮਸ ਡਿਵੈਲਪ ਹੋਣੇ ਸ਼ੁਰੂ ਹੋਏ ਤਾਂ ਉਹ ਸਾਰਾ ਡੇਟਾ ਸਿਸਟਮਸ ਨੂੰ ਸਾਇੰਟਿਸਟਸ ਨੇ ਆਪ ਪ੍ਰੋਵਾਈਡ ਕੀਤਾ। ਐਕਚੁਅਲੀ ਦੇ ਵਿੱਚ ਅਸੀਂ ਉਹਨੇ ਗੱਲ ਕੀਤੀ ਹੈ ਕਿ ਇੰਨਾ ਜ਼ਿਆਦਾ ਐਡਵਾਂਸ ਸਿਸਟਮ ਹੈ, ਤਾਂ ਇਹਦੀ ਲੋੜ ਕਿਉਂ ਪਈ ਸਾਨੂੰ ਇਹ ਲਿਆਉਣ ਦੀ? ਹਿਊਮਨ ਟਾਸਕਸ ਨੂੰ ਈਜ਼ੀ ਕਰਨ ਲਈ, ਠੀਕ ਹੈ, ਮਸ਼ੀਨਸ ਨੂੰ ਯੂਜ਼ ਕਰਨ ਲਈ, ਫॉर ਹੈਲਪਿੰਗ them ਟੂ ਮੇਕ ਦ ਡਿਸੀਜਨਸ, ਆਟੋਮੇਟ ਕਰਨ ਲਈ ਸਿਸਟਮਸ ਨੂੰ। ਇਹ ਮਤਲਬ ਅੱਜ ਤੋਂ ਨਹੀਂ ਸਟਾਰਟ ਹੋਇਆ AI ਦੀ ਡਿਵੈਲਪਮੈਂਟ, ਇਹ ਹੋ ਰਹੀ ਹੈ 1940s ਤੋਂ। ਉਦੋਂ ਤੋਂ ਇੱਕ ਸੀਗੇ ਗॉडफादर ਆਫ AI ਕਹਿੰਦੇ ਉਹਨਾਂ ਨੂੰ, ਜੌਨ ਮਕਾਰਥੀ, ਜਿਨ੍ਹਾਂ ਨੇ AI ਡਿਵੈਲਪ ਕੀਤੀ। ਓਬਵੀਅਸਲੀ ਸੋਸ਼ਲ ਸਰਵੇਲੈਂਸ ਜੇ ਇਹਦੇ ਫਾਇਦੇ ਨੇ, ਜੇ ਆਪਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਗੱਲ ਕਰੀਏ, ਇਟ ਇਜ਼ ਵੈਰੀ ਬੈਨੀਫੀਸ਼ੀਅਲ, ਬਟ ਅਲੋਂਗ ਵਿਦ ਦੈਟ ਜੇ ਡੇਟਾ ਕਿਸੇ ਗਲਤ ਹੱਥਾਂ ਵਿੱਚ ਲੱਗ ਰਿਹਾ ਤਾਂ ਇਹਦੇ ਬਹੁਤ ਨੁਕਸਾਨ ਵੀ ਹੋ ਸਕਦੇ ਨੇ। AI ਮਤਲਬ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨਾਮ ਤੁਸੀਂ ਸੁਣਿਆ ਹੋਵੇਗਾ, ਇਹ ਐਕਚੁਅਲ 'ਚ ਹੈ ਕੀ ਹੈ, ਇਸੇ ਟੌਪਿਕ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਸੀਂ ਪਹੁੰਚੇ ਹਾਂ ਜੀ ਅੱਜ GNE ਕਾਲਜ ਲੁਧਿਆਣਾ ਦੇ ਵਿੱਚ, ਜਿੱਥੇ ਸਾਡੇ ਨਾਲ ਇੱਥੋਂ ਦੇ ਫੈਕਲਟੀ ਮੈਂਬਰਸ ਹੋਣਗੇ ਜਿਹੜੇ ਇਸੇ ਟੌਪਿਕ ਦੀ ਰਿਸਰਚ ਕਰਦੇ ਆ ਤੇ ਇਸੇ ਟੌਪਿਕਸ ਨੂੰ ਬੱਚਿਆਂ ਤੱਕ ਪਹੁੰਚਾਉਂਦੇ ਆ। ਤੁਹਾਨੂੰ ਵੀ ਜ਼ਰੂਰ ਨਾਲ ਮਿਲਵਾਵਾਂਗੇ ਤੇ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਕਿ ਬਹੁਤ ਜ਼ਰੂਰੀ ਹੈ, ਹਰ ਇੱਕ ਨੂੰ ਹੋਣੀ ਚਾਹੀਦੀ ਹੈ, ਉਹਦੇ ਨਾਲ ਜਾਣੂ ਕਰਵਾਵਾਂਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਿਕਲੀ ਕੰਪਿਊਟਰ ਸਾਇੰਸ ਦੀ ਫੀਲਡ ਹੈ, ਸਾਇੰਸ ਫੀਲਡ ਤੁਸੀਂ ਕਹਿ ਸਕਦੇ ਹੋ, ਜਿਹੜੀ ਸਿਮੂਲੇਟ ਕਰਦੀ ਹੈ ਹਿਊਮਨ ਬਿਹੇਵੀਅਰ ਨੂੰ, ਹਿਊਮਨ ਥਾਟ ਪ੍ਰੋਸੈਸ ਨੂੰ, ਕਿਵੇਂ ਹਿਊਮਨਸ ਥਿੰਕ ਕਰਦੇ ਨੇ, ਕਿਵੇਂ ਹਿਊਮਨਸ ਪਲਾਨ ਕਰਦੇ ਨੇ, ਐਕਸ਼ਨਸ ਪਲਾਨ ਕਰਦੇ ਆ ਜਾਂ ਡਿਸੀਜਨਸ ਲੈਂਦੇ ਆ। ਬੇਸਿਕਲੀ ਕਿਵੇਂ ਹਿਊਮਨਸ ਡਿਸੀਜਨਸ ਲੈ ਰਹੇ ਹੈ। ਕੋਈ ਵੀ ਸਿਚੁਏਸ਼ਨ ਆਉਂਦੀ ਹੈ, ਕੋਈ ਪ੍ਰੋਬਲਮ ਆਉਂਦੀ ਹੈ, ਹਿਊਮਨਸ ਉਸ ਪ੍ਰੋਬਲਮ ਨੂੰ ਕਿਵੇਂ ਸੋਲਵ ਕਰਦੇ ਆ, ਉਸ ਚੀਜ਼ ਨੂੰ ਸਿਮੂਲੇਟ ਕਰ ਰਹੇ ਆ ਯੂਜ਼ਿੰਗ ਮਸ਼ੀਨਸ ਥਿੰਕ ਕਰਦੀਆਂ ਦ ਵੇ ਦ ਹਿਊਮਨਸ ਡੂ, ਉਹ ਉਵੇਂ ਹੀ ਬਿਹੇਵ ਕਰਦੀਆਂ ਦ ਵੇ ਦ ਹਿਊਮਨਸ ਡੂ, ਬਟ obviously how they have been trained by the humans. These machines, they have been developed by the humans. ਜੇ ਆਪਾਂ ਗੱਲ ਕਰੀਏ ਕਿ ਇਹ ਮਸ਼ੀਨਸ ਕਿਵੇਂ ਵਰਕ ਕਰਦੀਆਂ, ਆਰਟੀਫਿਸ਼ੀਅਲੀ ਇੰਟੈਲੀਜੈਂਟ ਸਿਸਟਮਸ ਜਾਂ ਸੌਫਟਵੇਅਰਸ ਕਿਵੇਂ ਵਰਕ ਕਰਦੇ ਹੈ, ਇਹ ਵਰਕ ਕਰ ਰਹੇ ਹੈ ਡੇਟਾ 'ਤੇ, ਰਾਈਟ। ਇਹਨਾਂ ਨੂੰ ਟ੍ਰੇਨ ਕਰਨ ਲਈ ਬਹੁਤ ਸਾਰਾ ਡੇਟਾ ਯੂਜ਼ ਹੁੰਦਾ ਹੈ, ਹਿਊਜ ਡੇਟਾ ਇਜ਼ ਯੂਜ਼ਡ ਫॉर ਟ੍ਰੇਨਿੰਗ। ਉਸ ਡੇਟਾ ਨੂੰ ਬੇਸਿਕਲੀ ਇਹ ਇੱਕ ਪੈਟਰਨ ਨੂੰ ਸਟੱਡੀ ਕਰਦੇ ਹੈ, ਸਿਮਿਲਰ ਪੈਟਰਨ। ਕੋਈ ਪ੍ਰੋਬਲਮ ਹੈ, ਸਿਮਿਲਰ ਪ੍ਰੋਬਲਮ, ਜੇ ਆਪਾਂ ਕੋਈ ਮੈਥਮੈਟੀਕਲ ਪ੍ਰੋਬਲਮ ਹੀ ਲਈਏ, ਆਪਾਂ ਸਭ ਨੇ ਮੈਥਸ ਪੜ੍ਹਿਆ ਹੈ, ਰਾਈਟ। ਮੈਥਸ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਆਪਾਂ ਬਹੁਤ ਸਾਰੀਆਂ ਪ੍ਰੋਬਲਮਸ ਵਿਦ ਸੋਲਿਊਸ਼ਨਸ ਆਪਾਂ ਸਿਸਟਮ ਨੂੰ ਫੀਡ ਕਰ ਦਾਂਗੇ। ਉਹ ਦ ਸਿਸਟਮ ਵਿਲ ਸਟੱਡੀ ਕਿ ਕੀ ਪੈਟਰਨ ਹੈ। ਹਿਊਮਨਸ ਵੀ ਐਵੇਂ ਹੀ ਬਿਹੇਵ ਕਰਦੇ ਹਨ, ਉਹ ਸਿਮਿਲਰ ਪੈਟਰਨ ਨੂੰ ਸਟੱਡੀ ਕਰਦੇ ਹਨ, ਫਿਰ ਉਹ ਕਿਸੇ ਪ੍ਰੋਬਲਮ ਨੂੰ ਸੋਲਵ ਕਰਦੇ ਹਨ। ਲਾਈਕਵਾਈਜ਼ ਮਸ਼ੀਨਸ ਹੈਵ ਬੀਨ ਟ੍ਰੇਨਡ ਲਾਈਕ ਦਿਸ। ਜੇ ਆਪਾਂ ਕਰਕਸ ਕਹੀਏ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੀ ਹੈ, ਇਟ ਇਜ਼ ਦ ਡੇਟਾ। ਜਿੰਨਾ ਜ਼ਿਆਦਾ ਉਹਨਾਂ ਕੋਲ ਡੇਟਾ ਅਵੇਲੇਬਲ ਹੋਊਗਾ, ਉਨਾ ਜ਼ਿਆਦਾ ਉਹਨਾਂ ਦੀ ਪਰਫਾਰਮੈਂਸ ਬੈਟਰ ਹੋਏਗੀ। ਐਗਜ਼ਾਮਪਲ ਦੇ ਤੌਰ ਤੇ ਕਹਿ ਸਕਦੇ ਹਾਂ, ਜਿਵੇਂ ਇੱਕ ਛੋਟੇ ਬੱਚੇ ਨੂੰ ਛੋਟੇ ਹੁੰਦਿਆਂ ਕੋਈ ਚੀਜ਼ ਕਰਨੀ ਸਿਖਾਈ ਜਾਂਦੀ ਹੈ, ਉਹ ਰੈਪੀਟਿਡਲੀ ਜਦੋਂ ਉਸ ਚੀਜ਼ ਨੂੰ ਕਰਦਾ ਤਾਂ ਸਿੱਖ ਜਾਂਦਾ। ਸੇਮ AI ਜਿਹੜਾ ਹਜੇ ਜਿਵੇਂ ਸਟਾਰਟ ਹੋਇਆ, ਇੱਕ ਬੱਚਾ ਜਿਵੇਂ ਉਹ ਚੀਜ਼ ਸਿੱਖੂਗਾ, ਜ਼ਿਆਦਾ ਡੇਟਾ ਉਹਨੂੰ ਮਿਲੇਗਾ, ਉਹਨਾਂ ਜ਼ਿਆਦਾ ਉਹ ਲਰਨ ਕਰੇਗਾ, ਦੈਨ ਉਹ ਹੌਲੀ ਹੌਲੀ ਜਿਹੜਾ ਗਰੋ ਕਰੇਗਾ। ਬਿਲਕੁਲ, ਜਿਵੇਂ ਬੱਚੇ ਨੂੰ ਆਪਾਂ ਇੰਸਟਰਕਸ਼ਨਸ ਦਿੰਦੇ ਹਾਂ, ਬੱਚਾ ਇੰਸਟਰਕਸ਼ਨਸ ਲੈ ਕੇ ਕਿਸੇ ਇੱਕ ਟਾਸਕ ਨੂੰ ਕਰਨਾ ਸਿੱਖ ਲੈਂਦਾ ਹੈ, ਉਵੇਂ ਹੀ ਮਸ਼ੀਨਸ ਇੰਸਟਰਕਸ਼ਨ ਕੀ ਲੈਂਦੀ ਇਨ ਦ ਫਾਰਮ ਆਫ ਡੇਟਾ कि if this is the information available with you, if you try to perform something on this information and this should be the result, right। ਜੇ ਆਪਾਂ ਉਹਨੂੰ ਸਿਮਿਲਰ ਇਨਫੋਰਮੇਸ਼ਨ ਫੀਡ ਕਰੀਏ ਲੇਟਰ ਔਨ, ਜਿਹਦੇ ਆਪਾਂ ਰਿਜ਼ਲਟਸ ਨਹੀਂ ਦਿੱਤੇ, ਤਾਂ ਉਹ ਪੁਰਾਣੇ ਜਿਹੜੀ ਇਨਫੋਰਮੇਸ਼ਨ ਉਹਦੇ ਕੋਲ ਹੈਗੀ ਹੈ, ਉਹਦਾ ਐਨਾਲਿਸਿਸ ਕਰਕੇ ਸਿਮਿਲਰ ਪ੍ਰੋਬਲਮ ਨੂੰ ਸੋਲਵ ਕਰ ਸਕਦੀ ਹੈ ਵਿਦ ਡਿਫਰੈਂਟ ਡੇਟਾ, ਯੂ ਕੈਨ ਸੇ।
ਅਗੇਨ ਆਪਾਂ ਗੱਲ ਕਰ ਸਕਦੇ ਹਾਂ ਕਿ ਜਿਵੇਂ ਬੱਚੇ ਮੈਥਮੈਟਿਕਸ ਦੀ ਗੱਲ ਕੀਤੀ ਸੀਗੀ, ਇੱਕ ਫਾਰਮੂਲਾ ਜਨਰੇਟ ਹੁੰਦਾ a + b = c, ਤਾਂ ਉਵੇਂ a ਤੇ b ਉਹਦੇ ਕੋਲੇ ਵੇਰੀਏਬਲਸ ਨੇ। ਪੁਰਾਣਾ ਜਿਹੜਾ ਡੇਟਾ ਸੀਗਾ ਉਹਦੇ ਵਿੱਚੋਂ ਬਸ ਉਹਨੇ a ਤੇ b ਨੂੰ ਰਿਪਲੇਸ ਕਰਨਾ ਐਂਡ c ਸਾਨੂੰ ਆਨਸਰ ਕੱਢ ਕੇ ਦੇ ਦੇਣਾ। ਬਿਲਕੁਲ। ਜਦੋਂ ਆਰਟੀਫੀਸ਼ੀਅਲੀ ਇੰਟੈਲੀਜੈਂਟ ਸਿਸਟਮਸ ਡਿਵੈਲਪ ਹੋਣੇ ਸ਼ੁਰੂ ਹੋਏ ਤਾਂ ਉਹ ਸਾਰਾ ਡੇਟਾ ਸਿਸਟਮਸ ਨੂੰ ਸਾਇੰਟਿਸਟਸ ਨੇ ਆਪ ਪ੍ਰੋਵਾਈਡ ਕੀਤਾ, ਡੇਟਾ ਪ੍ਰੋਵਾਈਡ ਕੀਤਾ, ਉਹਨਾਂ ਨੂੰ ਰਿਜ਼ਲਟਸ ਪ੍ਰੋਵਾਈਡ ਕੀਤੇ, ਫਿਰ ਉਹਨਾਂ ਨੂੰ ਦੱਸਿਆ ਕਿ ਕਿਵੇਂ ਤੁਸੀਂ ਟੈਕਨੀਕ ਡਿਵੈਲਪ ਕਰੋ ਕਿ ਤੁਸੀਂ ਇਸ ਡੇਟਾ ਨੂੰ ਯੂਜ਼ ਕਰਕੇ ਆਹ ਵਾਲੇ ਰਿਜ਼ਲਟਸ ਪ੍ਰੋਡਿਊਸ ਕਰਨੇ ਹਨ। ਫਿਰ ਉਹਨਾਂ ਨੇ ਟੈਕਨੀਕ ਆਰਟੀਫੀਸ਼ੀਅਲੀ ਇੰਟੈਲੀਜੈਂਟ ਸਿਸਟਮ ਨੇ ਇੱਕ ਟੈਕਨੀਕ ਡਿਵੈਲਪ ਕਰ ਲਈ, ਰਾਈਟ, ਇੱਕ ਐਲਗੋ ਡਿਵੈਲਪ ਕਰ ਲਿਆ। ਫਿਰ ਜਦੋਂ ਉਹਨੂੰ ਆਪਾਂ ਕਿਹਾ ਕਿ ਹੁਣ ਦਿਸ ਇਜ਼ ਦਾ ਡੇਟਾ, ਹੁਣ ਦੱਸੋ ਇਹਦਾ ਕੀ ਰਿਜ਼ਲਟ ਹੋਊਗਾ, ਤਾਂ ਸਿਸਟਮ ਨੇ ਉਸ ਡੇਟਾ ਨੂੰ ਯੂਜ਼ ਕਰਕੇ ਆਪਾਂ ਨੂੰ ਕਰੈਕਟ ਰਿਜ਼ਲਟਸ ਦਿੱਤੇ। There is another thing that is there with the artificially intelligent system. It is that they learn just like the humans do. Everyday experience ਨਾਲ ਆਪਾਂ ਲਰਨ ਕਰਦੇ ਹਾਂ ਕਿ ਅੱਜ ਆਪਣੇ ਨਾਲ ਇਹ ਚੀਜ਼ ਹੋਈ, ਜੇ ਆਪਾਂ ਇੰਜ ਕਰ ਲੈਂਦੇ ਤਾਂ ਉਹਦੇ ਰਿਜ਼ਲਟਸ ਡਿਫਰੈਂਟ ਹੋਣੇ ਸੀ। ਸਿਮਿਲਰਲੀ ਈਵਨ ਦ ਆਰਟੀਫੀਸ਼ੀਅਲੀ ਇੰਟੈਲੀਜੈਂਟ ਸਿਸਟਮਸ ਉਹ ਵੀ ਲਰਨ ਕਰਦੇ ਹਨ, ਜੋ ਉਹਨਾਂ ਦਾ ਬਿਹੇਵੀਅਰ, ਜੋ ਡਿਸੀਜਨਸ ਲੈਂਦੇ ਹੈ, ਫਿਰ ਉਹ ਰਿਅਲਾਈਜ਼ ਕਰਦੇ ਹੈ ਕਿ ਉਹ ਡਿਸੀਜਨਸ ਸਹੀ ਸੀ, ਐਨਾਲਾਈਜ਼ ਕਰਦੇ ਹੈ ਬੇਸਿਕਲੀ ਉਹ ਡਿਸੀਜਨਸ ਉਹਨਾਂ ਦੇ ਕਰੈਕਟ ਸੀ ਜਾਂ ਨਹੀਂ, ਇੰਪਰੂਵ ਕਰ ਸਕਦੇ ਹੋ ਆਪਦੇ ਡਿਸੀਜਨਸ ਨੂੰ, ਲਰਨ ਕਰਦੇ ਹੈ, ਰਾਈਟ। ਜੇ ਉਹਨਾਂ ਨੇ ਨਿਊ ਪ੍ਰੋਬਲਮ ਵੀ ਫੇਸ ਕੀਤੀ, ਵਿਦ ਦੈਟ ਦੇ ਵਿਲ ਲਰਨ ਜਸਟ ਲਾਈਕ ਦ ਹਿਊਮਨਸ ਡੂ। ਅਗੇਨ ਹਾਊ ਦੇ ਡੂ ਦੈਟ, ਵਿਦ ਦ ਹੈਲਪ ਆਫ ਦ ਡੇਟਾ। ਇਨੀਸ਼ੀਅਲੀ ਲਾਈਕ ਆਈ ਟੋਲਡ ਕਿ ਡੇਟਾ ਉਹਨਾਂ ਨੂੰ ਬਹੁਤ ਸਾਰਾ ਡੇਟਾ ਪ੍ਰੋਵਾਈਡ ਕੀਤਾ ਗਿਆ, ਬਟ ਹੁਣ ਆਪਾਂ ਇੰਨੀਆਂ ਕੁ ਸੋਸ਼ਲ ਮੀਡੀਆ 'ਤੇ ਆਪਾਂ ਇੰਨੀਆਂ ਕੁ ਡਿਵਾਈਸਿਸ ਯੂਜ਼ ਕਰ ਰਹੇ ਹਾਂ, ਸਮਾਰਟ ਵਾਚਿਸ ਯੂਜ਼ ਕਰ ਰਹੇ ਹਾਂ, ਇਨਫੋਰਮੇਸ਼ਨ ਇੰਨੀ ਐਵਰੀ ਡੇ ਆਪਾਂ ਅਪਲੋਡ ਕਰ ਰਹੇ ਹਾਂ, ਉਹ ਸਾਰੀ ਇਨਫੋਰਮੇਸ਼ਨ ਆਰਟੀਫਿਸ਼ੀਅਲੀ ਇੰਟੈਲੀਜੈਂਟ ਸਿਸਟਮਸ ਯੂਜ਼ ਕਰ ਰਹੇ ਹੈ ਵਨ ਵੇ ਔਰ ਦੀ ਅਦਰ, ਅਤੇ ਉਹ ਉਸ ਇਨਫੋਰਮੇਸ਼ਨ ਉਹ ਕੀ ਹੋ ਰਹੀ ਹੈ, ਉਹ ਇਨਫੋਰਮੇਸ਼ਨ ਉਹ ਯੂਜ਼ ਕਰ ਰਹੇ ਹੈ ਫॉर ਟ੍ਰੇਨਿੰਗ ਦੈਮਸੈਲਵਸ। ਜੇ ਆਪਾਂ ਗੱਲ ਕਰੀਏ ਰੈਕਮੈਂਡੇਸ਼ਨ ਸਿਸਟਮ ਦੀ, ਬਹੁਤ ਹੀ ਆਪਾਂ ਨੂੰ ਬੜੀ ਕਾਮਨ ਐਗਜ਼ਾਮਪਲ ਹੈ, ਆਪਾਂ ਇੱਕ ਤਰ੍ਹਾਂ ਦੀ ਵੀਡੀਓ ਸਰਚ ਕਰ ਲਈ ਸਪੋਜ਼ YouTube 'ਤੇ, ਸਭ YouTube 'ਤੇ ਬਹੁਤ ਵੀਡੀਓਜ਼ ਦੇਖਦੇ ਆ, ਉਸ ਤੋਂ ਬਾਅਦ ਤੁਹਾਨੂੰ ਸਿਮਿਲਰ ਵੀਡੀਓਜ਼ ਦੀ ਸੁਜੈਸ਼ਨ ਆਉਣ ਲੱਗ ਜਾਂਦੀ ਹੈ। ਉਹ ਕਿਵੇਂ ਆਉਂਦੀ ਹੈ, ਰਾਈਟ, ਉਹ ਕਿਵੇਂ ਆਉਂਦੀ ਹੈ? ਤੁਸੀਂ ਇੱਕ ਤਰ੍ਹਾਂ ਦੀ ਵੀਡੀਓ ਸਰਚ ਕੀਤੀ ਤਾਂ ਤੁਹਾਡੇ ਯੂ ਕੈਨ ਸੇ ਤੁਹਾਡੇ ਅਕਾਊਂਟ ਦੇ ਨਾਲ ਉਹ ਇੱਕ ਇਨਫੋਰਮੇਸ਼ਨ ਨੂੰ ਸਟੋਰ ਕਰ ਲੈਂਦਾ ਆਰਟੀਫਿਸ਼ੀਅਲੀ ਇੰਟੈਲੀਜੈਂਟ ਸਿਸਟਮ। ਰੈਕਮੈਂਡੇਸ਼ਨ ਸਿਸਟਮਸ ਹੁੰਦੇ ਆ ਇਹ ਕਿ ਇਸ ਬੰਦੇ ਦਾ ਇੰਟਰਸਟ ਇਸ ਫੀਲਡ 'ਚ ਹੈ। ਹਰ ਵੀਡੀਓ ਜਿਹੜੀ ਅਪਲੋਡ ਹੋਈ ਹੈ YouTube 'ਤੇ ਉਹ ਟੈਗਡ ਹੈ ਕਿ ਇਹ ਵੀਡੀਓ ਇਜ਼ ਬਿਲੋਂਗਿੰਗ ਟੂ ਦਿਸ ਪਰਟੀਕੂਲਰ ਫੀਲਡ। ਫਿਰ ਤੁਹਾਨੂੰ ਉਹ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਨੂੰ ਸਿਮਿਲਰ ਵੀਡੀਓਜ਼ ਦਿਖਣ ਲੱਗ ਜਾਂਦੀਆਂ ਐਂਡ ਤੁਸੀਂ ਬੜੇ ਹੈਰਾਨ ਹੁੰਦੇ ਹੋ, ਬੜੇ ਖੁਸ਼ ਹੁੰਦੇ ਹੋ ਕਿ ਮੈਨੂੰ ਮੇਰੇ ਇੰਟਰਸਟ ਦੀਆਂ ਵੀਡੀਓਜ਼ ਦਿਖ ਰਹੀਆਂ, ਰਾਈਟ, ਕਾਮਨ ਪੀਪਲ। ਅਸੀਂ ਗੱਲ ਕਰ ਰਹੇ ਹਾਂ AI ਦੀ, ਬਟ ਇਹਦੀ ਲੋੜ ਕਿਉਂ ਪਈ? AI ਐਕਚੁਅਲੀ ਦੇ ਵਿੱਚ ਅਸੀਂ ਉਹਨੇ ਗੱਲ ਕੀਤੀ ਹੈ ਕਿ ਇੰਨਾ ਜ਼ਿਆਦਾ ਐਡਵਾਂਸ ਸਿਸਟਮ ਹੈ, ਤਾਂ ਇਹਦੀ ਲੋੜ ਕਿਉਂ ਪਈ ਸਾਨੂੰ ਇਹ ਲਿਆਉਣ ਦੀ? ਹਿਊਮਨ ਟਾਸਕਸ ਨੂੰ ਈਜ਼ੀ ਕਰਨ ਲਈ ਆਪਾਂ ਕਹਿ ਸਕਦੇ ਹਾਂ। ਜੇ ਆਪਾਂ ਬਿਲਕੁਲ ਬੇਸਿਕ ਤੋਂ ਸ਼ੁਰੂ ਕਰੀਏ, ਪਹਿਲਾਂ ਹਿਊਮਨਸ ਆਪ ਸਮਾਨ ਢੋਂਦੇ ਸੀ, ਆਪਾਂ ਕਹਿ ਸਕਦੇ ਹਾਂ, ਠੀਕ ਹੈ, ਵੀਲਸ ਇਨਵੈਂਟ ਹੋਏ, ਫਿਰ ਉਹਨਾਂ ਨੇ ਐਨੀਮਲਸ ਯੂਜ਼ ਕਰਨੇ ਸ਼ੁਰੂ ਕਰਤੇ ਟੂ ਮੂਵ ਥਿੰਗਸ ਫਰੋਮ ਵਨ ਪਲੇਸ ਟੂ ਅਨਦਰ, ਵੀਲਸ ਡਿਵੈਲਪ ਹੋਏ, ਰਾਈਟ, ਫਿਰ ਉਹ ਸਿਸਟਮਸ ਨੂੰ ਪੁੱਲ ਕਰਨਾ ਸ਼ੁਰੂ ਕਰਤਾ। ਓਬਵੀਅਸਲੀ ਹਿਊਮਨਸ ਨੇ ਆਪਣੇ ਟਾਸਕਸ ਨੂੰ ਈਜ਼ੀ ਕਰਨ ਲਈ, ਠੀਕ ਹੈ, ਮਸ਼ੀਨਸ ਨੂੰ ਯੂਜ਼ ਕਰਨ ਲਈ ਫॉर ਹੈਲਪਿੰਗ them ਟੂ ਮੇਕ ਦ ਡਿਸੀਜਨਸ, ਆਟੋਮੇਟ ਕਰਨ ਲਈ ਸਿਸਟਮਸ ਨੂੰ। ਇਹ ਮਤਲਬ ਅੱਜ ਤੋਂ ਨਹੀਂ ਸਟਾਰਟ ਹੋਇਆ AI ਦੀ ਡਿਵੈਲਪਮੈਂਟ, ਇਹ ਹੋ ਰਹੀ ਹੈ 1940s ਤੋਂ। ਉਦੋਂ ਤੋਂ ਇੱਕ ਸੀਗੇ ਗॉडਫਾਦਰ ਆਫ AI ਕਹਿੰਦੇ ਉਹਨਾਂ ਨੂੰ, ਜੌਨ ਮਕਾਰਥੀ, ਜਿਨ੍ਹਾਂ ਨੇ AI ਡਿਵੈਲਪ ਕੀਤੀ। ਉਹਨਾਂ ਨੇ ਇੱਕ ਟੈਸਟ ਸ਼ੁਰੂ ਕੀਤਾ ਕਿ ਮੈਂ ਇੱਕ ਟਿਊਰਿੰਗ ਟੈਸਟ ਕਹਿੰਦੇ ਆ ਉਹਨੂੰ ਸਟਾਰਟ ਕੀਤਾ ਦੇਖਣ ਲਈ ਕਿ ਜਿਵੇਂ ਮੈਂ ਇੱਥੇ ਬੈਠੀ ਹਾਂ, ਇੱਥੇ ਇੱਕ ਬੈਰੀਅਰ ਹੈ, ਸਾਹਮਣੇ ਕੰਪਿਊਟਰ ਹੈ, ਟਿਊਰਿੰਗ ਟੈਸਟ ਉਹ ਮਸ਼ੀਨ ਪਾਸ ਕਰੇਗੀ। ਟਿਊਰਿੰਗ ਟੈਸਟ ਜਿਹੜੀ ਮਸ਼ੀਨ, ਜਦੋਂ ਮੈਂ ਉਹਨੂੰ ਕੁਐਸਚਨ ਪੁੱਛ ਰਹੀ ਹਾਂ, ਮਸ਼ੀਨ ਆਨਸਰ ਕਰ ਰਹੀ ਹੈ। ਜੇ ਮੈਂ ਹਿਊਮਨ ਹਾਂ, ਮੈਨੂੰ ਨਹੀਂ ਸਮਝ ਆ ਰਹੀ ਕਿ ਸਾਹਮਣੇ ਵਾਲਾ ਕੌਣ ਹੈ, ਮਸ਼ੀਨ ਹੈ ਜਾਂ ਹਿਊਮਨ ਹੈ, ਤਾਂ ਉਹ ਇਹਦਾ ਮਤਲਬ ਹੈ ਕਿ ਉਹਨੇ ਉਸ ਮਸ਼ੀਨ ਨੇ ਟਿਊਰਿੰਗ ਟੈਸਟ ਪਾਸ ਕਰ ਲਿਆ, ਕਿਉਂਕਿ ਮੈਨੂੰ ਨਹੀਂ ਪਤਾ ਕਿ ਮੈਂ ਹਿਊਮਨ ਨਾਲ ਇੰਟਰੈਕਟ ਕਰ ਰਹੀ ਹਾਂ ਕਿ ਮੈਂ ਮਸ਼ੀਨ ਨਾਲ ਇੰਟਰੈਕਟ ਕਰ ਰਹੀ ਹਾਂ। ਤਾਂ ਇਸ ਤਰ੍ਹਾਂ ਦੇ ਕੰਮ ਉਦੋਂ ਤੋਂ ਹੀ ਸਟਾਰਟ ਹੋ ਗਏ ਸੀ ਥਿਊਰੀ 'ਚ ਕਿ ਐਵੇਂ ਦੀਆਂ ਮਸ਼ੀਨਸ ਅੱਗੇ ਜਾ ਕੇ ਡਿਵੈਲਪ ਹੋਣਗੀਆਂ ਜਿਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗੇਗਾ ਕਿ ਆਪਾਂ ਹਿਊਮਨ ਨਾਲ ਇੰਟਰੈਕਟ ਕਰ ਰਹੇ ਹਾਂ, ਕਿਉਂਕਿ ਮਸ਼ੀਨਸ ਵੀ ਜਿਵੇਂ ਮੈਮ ਨੇ ਦੱਸਿਆ ਕਿ ਹਿਊਮਨ ਦੀ ਤਰ੍ਹਾਂ ਹੀ ਬਿਹੇਵ ਕਰਦੀਆਂ, ਹਿਊਮਨ ਦੀ ਤਰ੍ਹਾਂ ਹੀ ਥਿੰਕ ਕਰਦੀਆਂ, ਹਿਊਮਨ ਦੀ ਤਰ੍ਹਾਂ ਹੀ ਰਿਐਕਟ ਕਰਦੀਆਂ।
ਆਬਵੀਅਸਲੀ ਸੋਸ਼ਲ ਸਰਵੇਲੈਂਸ ਜੇ ਇਹਦੇ ਫਾਇਦੇ ਨੇ, ਜੇ ਆਪਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਗੱਲ ਕਰੀਏ, ਇਟ ਇਜ਼ ਵੈਰੀ ਬੈਨੀਫੀਸ਼ੀਅਲ। ਜੇ ਕਿਸੇ ਨੂੰ ਆਪਾਂ ਟਰੈਕ ਕਰਨਾ ਹੈ ਕਿ ਉਹ ਬੰਦਾ ਕਿੱਥੋਂ ਕਿੱਥੇ ਟਰੈਵਲ ਕੀਤਾ, ਕਿੱਥੇ ਗਿਆ, ਰਾਈਟ, ਇਫ ਦੇयर ਇਜ਼ ਸਮ ਕਲਪਰੇਟ, ਰਾਈਟ, ਕੋਈ ਉਹਨੂੰ ਆਪਾਂ ਕੈਚ ਕਰਨਾ ਹੈ, ਇਟ ਇਜ਼ ਗੋਇੰਗ ਟੂ ਬੀ ਵੈਰੀ ਹੈਲਪਫੁਲ। ਬਟ ਅਲੋਂਗ ਵਿਦ ਦੈਟ, ਜੇ ਡੇਟਾ ਕਿਸੇ ਗਲਤ ਹੱਥਾਂ ਵਿੱਚ ਲੱਗ ਰਿਹਾ ਹੈ ਤਾਂ ਇਹਦੇ ਬਹੁਤ ਨੁਕਸਾਨ ਵੀ ਹੋ ਸਕਦੇ ਨੇ। ਕਿਸੇ ਇੱਕ ਪਰਸਨ ਨੂੰ ਪੂਰਾ ਟਰੈਕ ਕਰ ਰਹੇ ਹਾਂ ਕਿ ਉਹ ਕਿੱਥੇ ਜਾ ਰਿਹਾ ਹੈ, ਉਹਦੀ ਕਾਰ ਟਰੈਕ ਹੋ ਰਹੀ ਹੈ, ਡਿਫਰੈਂਟ ਬਿਲਡਿੰਗਸ, ਡਿਫਰੈਂਟ ਆਫਿਸਿਸ, ਸਕੂਲਸ, ਸਭ ਜਗ੍ਹਾ 'ਤੇ ਅੱਜ ਕੱਲ੍ਹ ਸਿਕਿਉਰਿਟੀ ਕੈਮਰਾਸ ਲੱਗੇ ਹੋਏ ਹੈ। ਜੇ ਉਹ ਇਨਫੋਰਮੇਸ਼ਨ ਕਿਸੇ ਕੋਲ ਜਾ ਰਹੀ ਹੈ ਤਾਂ ਉਹਦੇ ਬਹੁਤ ਉਸ ਬੰਦੇ ਦੀ ਪਰਸਨਲ, ਤੁਸੀਂ ਬਿਲਕੁਲ ਪ੍ਰਾਈਵੇਸੀ 'ਤੇ ਤੁਸੀਂ ਜਾ ਰਹੇ ਹੋ, ਉਹ ਬੰਦੇ ਦੀ ਇੱਕ ਇੱਕ ਚੀਜ਼ ਮੋਨੀਟਰ ਹੋ ਰਹੀ ਹੈ, ਬੰਦੇ ਦੀ ਕੋਈ ਪ੍ਰਾਈਵੇਸੀ ਨਹੀਂ ਹੈ ਕਿਸੇ ਪਰਸਨ ਦੀ, ਠੀਕ ਹੈ। ਉਸ ਇਨਫੋਰਮੇਸ਼ਨ ਨੂੰ ਬਹੁਤ ਗਲਤ ਤਰੀਕੇ ਨਾਲ ਯੂਜ਼ ਹੋ ਸਕਦਾ ਹੈ। ਮੈਂ ਜਿੰਨੇ ਮੇਰੇ ਫਰੈਂਡਸ ਨੇ, ਜਿੰਨੇ ਮੇਰੇ ਨੋਨਸ ਨੇ, ਮੈਂ ਉਹਨਾਂ ਨੂੰ ਹਮੇਸ਼ਾ ਸੁਜੈਸਟ ਕਰਦੀ ਰਹਿੰਦੀ ਹਾਂ ਕਿ ਸੋਸ਼ਲ ਮੀਡੀਆ 'ਤੇ ਪੋਸਟਸ ਨਾ ਕਰੋ। ਲੋਕ ਅੱਜ ਕੱਲ੍ਹ ਸੋਸ਼ਲ ਸਰਵੇਲੈਂਸ ਦੀ ਲੋੜ ਹੀ ਨਹੀਂ ਹੈ। ਲੋਕ ਕਿਤੇ ਟਰੈਵਲ ਕਰਨ ਜਾ ਰਹੇ ਹੈ, ਘੁੰਮਣ ਜਾ ਰਹੇ ਹੈ, ਕਿਤੇ ਰੈਸਟੋਰੈਂਟ 'ਚ ਡਾਈਨ ਇਨ ਕਰਨ ਜਾ ਰਹੇ ਹੈ, ਚੈੱਕ ਇਨ ਪਾ ਰਹੇ ਹੈ, ਆਪਣੀਆਂ ਫੋਟੋਜ਼ ਅਪਲੋਡ ਕਰ ਰਹੇ ਹੈ। ਜਿਹਦੇ ਮਨ 'ਚ ਚੋਰ ਹੈ ਉਹਨੇ ਤਾਂ ਸੋਸ਼ਲ ਮੀਡੀਆ ਤੋਂ ਹੀ ਦੇਖ ਲੈਣਾ ਹੈ ਕਿ ਇਹ ਬੰਦਾ ਇਸ ਟਾਈਮ ਆਪਣੇ ਘਰ ਨਹੀਂ ਹੈ, ਉਹ ਤਾਂ ਕੁਛ ਵੀ ਕਰ ਸਕਦਾ, ਉਹਦੀ ਪਰਸਨਲ ਪ੍ਰੋਪਰਟੀ ਹੈ ਜਿਹੜੀ ਉਹਨੂੰ ਡੈਮੇਜ ਕਰ ਸਕਦਾ ਹੈ, ਠੀਕ ਹੈ। ਚੋਰੀਆਂ ਹੋ ਰਹੀਆਂ, ਬਹੁਤ ਚੋਰੀਆਂ ਹੋ ਰਹੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੋਂ ਇਨਫੋਰਮੇਸ਼ਨ ਲੈ ਕੇ ਕਿ ਠੀਕ ਹੈ ਇਹ ਤਾਂ ਟਰੈਵਲ ਕਰਨ ਲਈ ਗਏ ਹੋਏ ਹੈ, ਤਾਂ ਘਰ ਨਹੀਂ ਹੈ ਜੀ, ਉਹ ਮਿਸਯੂਜ਼ ਕਰ ਰਹੇ ਹੈ ਇਸ ਇਨਫੋਰਮੇਸ਼ਨ ਨੂੰ, ਆਲਰੇਡੀ ਮਿਸਯੂਜ਼ ਹੋ ਰਹੀ ਹੈ। ਇਹ ਲੋਕਾਂ 'ਚ ਥੋੜ੍ਹੀ ਜਿਹੀ ਅਵੇਅਰਨੈਸ ਜ਼ਰੂਰੀ ਹੈ ਕਿ ਤੁਸੀਂ ਆਪਣੀ ਪਰਸਨਲ ਇਨਫੋਰਮੇਸ਼ਨ ਮੀਡੀਆ 'ਚ, ਔਨਲਾਈਨ ਤੁਸੀਂ ਸੋਸ਼ਲ ਮੀਡੀਆ 'ਚ ਜਾਂ ਡਿਫਰੈਂਟ ਹੋਰ ਪਲੇਟਫਾਰਮ 'ਤੇ ਜਿੰਨੀ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋਗੇ, ਉਹ ਇਨਫੋਰਮੇਸ਼ਨ ਓਨੀ ਹੀ ਮਿਸਯੂਜ਼ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਨੇ। ਲੋਕਾਂ ਨੂੰ ਇਸ ਚੀਜ਼ ਲਈ ਅਵੇਅਰ ਹੋਣਾ ਪਏਗਾ। ਜੇ ਆਪਾਂ ਸੋਸ਼ਲ ਸਰਵੇਲੈਂਸ ਦੀ ਗੱਲ ਕੀਤੀ ਹੈ, ਇਹਦੇ ਨਾਲ ਇੱਕ ਹੋਰ ਚੀਜ਼ ਹੈ, ਇੱਕ ਪ੍ਰੈਡਿਕਟਿਵ ਪੋਲਿਸੀ ਐਲਗੋ ਬਹੁਤ ਡਿਫਰੈਂਟ ਡਿਪਾਰਟਮੈਂਟਸ ਯੂਜ਼ ਕਰ ਰਹੇ ਹਨ। ਪੁਲਿਸ ਡਿਪਾਰਟਮੈਂਟ ਬਹੁਤ ਯੂਜ਼ ਕਰ ਰਿਹਾ ਪ੍ਰੈਡਿਕਟ ਕਰਨ ਲਈ ਕਿ ਕ੍ਰਾਈਮ ਕਿੱਥੇ ਹੋ ਸਕਦਾ ਹੈ। ਇਸ ਚੀਜ਼ ਦਾ ਜਿੱਥੇ ਬਹੁਤ ਓਬਵੀਅਸਲੀ ਪ੍ਰੈਡਿਕਟ ਕਿਵੇਂ ਹੋ ਰਿਹਾ, ਜਿਹੜੀ ਆ ਸਾਰਾ ਡੇਟਾ ਹੈ, ਸਰਵੇਲੈਂਸ ਤੋਂ ਡੇਟਾ ਮਿਲ ਰਿਹਾ ਜਾਂ ਹੋਰ ਡਿਫਰੈਂਟ ਵੇਜ਼ ਆਫ ਕਲੈਕਸ਼ਨ ਆਫ ਡੇਟਾ ਹੈ ਉਹ ਮਿਲ ਰਿਹਾ, ਉਹਨੂੰ ਯੂਜ਼ ਕਰਕੇ ਬਹੁਤ ਸਾਰੀਆਂ ਪ੍ਰੈਡਿਕਸ਼ਨਸ ਹੋ ਰਹੀਆਂ। ਸਟਾਕ ਮਾਰਕੀਟ 'ਚ ਬਹੁਤ ਪ੍ਰੈਡਿਕਸ਼ਨ ਹੁੰਦੀ ਹੈ ਕਿ ਕਿਸ ਕੰਪਨੀ ਦੇ ਸਟਾਕਸ ਆਰ ਗੋਇੰਗ ਟੂ ਰਾਈਜ਼, ਕਿਸ ਕੰਪਨੀ ਦੇ ਸਟਾਕਸ ਆਰ ਗੋਇੰਗ ਟੂ ਬੀ ਐਟ ਲੋ। ਲੋਕ ਸੇਲ ਪਰਚੇਜ਼ ਉਹਦੇ ਅਕੋਰਡਿੰਗਲੀ ਕਰ ਰਹੇ ਹਨ। ਵੈਦਰ ਪ੍ਰੈਡਿਕਸ਼ਨ ਹੋ ਰਹੀ ਹੈ। ਪ੍ਰੈਡਿਕਸ਼ਨ ਇਜ਼ ਅ ਵੈਰੀ ਪੋਪੂਲਰ ਇੰਡਸਟਰੀ ਦੀਸ ਡੇਜ਼। ਜੇ ਆਪਾਂ ਇਸ ਪ੍ਰੈਡਿਕਸ਼ਨ ਦੀ ਗੱਲ ਕਰੀਏ, ਇਹਦਾ ਇੱਕ ਬਹੁਤ ਜ਼ਿਆਦਾ ਸੋਸਾਇਟੀ 'ਤੇ ਬਹੁਤ ਜ਼ਿਆਦਾ ਇੰਪੈਕਟ ਹੋ ਰਿਹਾ ਹੈ। ਇਹ ਪ੍ਰੈਡਿਕਸ਼ਨ ਬਹੁਤ ਬਾਇਸਡ ਹੋ ਰਹੀ ਹੈ। ਕਈ ਵਾਰ ਇਹ ਪ੍ਰੈਡਿਕਸ਼ਨ, ਜੇ ਆਪਾਂ ਕ੍ਰਾਈਮ ਦੀ ਪ੍ਰੈਡਿਕਸ਼ਨ ਦੀ ਗੱਲ ਕਰੀਏ, ਕਿਸੇ ਇੱਕ ਕਮਿਊਨਿਟੀ ਲਈ ਸੈਂਟਰਡ ਹੁੰਦੀ ਹੈ ਕਿ ਇਸ ਕਮਿਊਨਿਟੀ ਨੇ, ਇਫ ਅ ਪਰਸਨ ਬਿਲੋਂਗਸ ਟੂ ਦਿਸ ਕਮਿਊਨਿਟੀ, ਬਹੁਤ ਚਾਂਸਿਸ ਹੈ ਕਿ ਇਹ ਕ੍ਰਾਈਮ ਕਰੇਗਾ। ਦੈਟ ਇਜ਼ ਨਾਟ ਟਰੂ। ਡਿਪੈਂਡਸ ਅਪੋਨ ਪਰਸਨ ਟੂ ਪਰਸਨ। ਕਿਸੇ ਬੰਦੇ ਦੇ ਮਨ 'ਚ ਵੀ ਚੋਰ ਹੋ ਸਕਦਾ ਹੈ ਕਮਿਊਨਿਟੀ 'ਤੇ। ਫਿਰ ਰੇਸ਼ੀਅਲ ਡਿਸਕ੍ਰਿਮੀਨੇਸ਼ਨਸ ਬਹੁਤ ਹੋ ਰਹੀਆਂ, ਰਾਈਟ। ਫਿਰ ਜੇ ਆਪਾਂ ਗੱਲ ਕਰੀਏ, ਹੋਰ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਲਾਈਕ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਬਹੁਤ ਹੋ ਸਕਦੀ ਹੈ ਕਿ ਫੀਮੇਲਸ ਇਸ ਫੀਲਡ 'ਚ ਨਹੀਂ ਪਰਫੋਰਮ ਕਰ ਪਾਉਣਗੀਆਂ ਜਾਂ ਮੇਲਸ ਇਸ ਫੀਲਡ 'ਚ ਬੈਟਰ ਪਰਫੋਰਮ ਕਰ ਪਾਉਣਗੇ। ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਇਹ ਸਭ ਪ੍ਰੈਡਿਕਸ਼ਨ ਜਿਹੜੀ ਇੰਡਸਟਰੀ ਹੈ, ਆਰਟੀਫਿਸ਼ਲੀ ਇੰਟੈਲੀਜੈਂਟਲੀ ਕੰਟਰੋਲਡ, ਇਹਦੇ ਜੇ ਆਪਾਂ ਗੱਲ ਕਰੀਏ ਕਿ ਹਿਊਮੈਨਿਟੀਜ਼ ਪਰਸਪੈਕਟਿਵ ਤੋਂ ਦੇਖੀਏ ਤਾਂ ਇਹ ਇਟ ਇਜ਼ ਵੈਰੀ ਡੇਂਜਰਸ। ਥੈਂਕ ਯੂ ਵੈਰੀ ਮਚ ਮੈਮ, ਤੁਸੀਂ ਟਾਈਮ ਦਿੱਤਾ, ਇਨੀ ਇਨਫੋਰਮੇਸ਼ਨ ਸ਼ੇਅਰ ਕੀਤੀ। ਹੋਪ ਕਿ ਸਾਡੇ ਆਡੀਅנס ਜਿਹੜੀ ਹੈ ਉਹਨਾਂ ਨੂੰ ਜ਼ਰੂਰ ਇਹ ਚੀਜ਼ ਜਿਹੜੀ ਹੈ ਉਹ ਇਨਫੋਰਮੇਟਿਵ ਲੱਗੀ ਹੋਏਗੀ, ਤੁਹਾਡੇ ਕੰਮ ਵੀ ਆਏਗੀ। ਤੁਸੀਂ ਕਿਸ ਤਰੀਕੇ ਨਾਲ ਇਸ ਟੈਕਨੋਲੋਜੀ ਨੂੰ ਪੋਜ਼ਿਟਿਵਲੀ ਯੂਜ਼ ਕਰ ਸਕਦੇ ਹੋ, ਪਲੱਸ ਤੁਸੀਂ ਕਿਸ ਤਰੀਕੇ ਨਾਲ ਨੈਗੇਟਿਵ ਇੰਪੈਕਟ ਤੋਂ ਬਚ ਸਕਦੇ ਹੋ। ਤਾਂ ਜ਼ਰੂਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਤੱਕ ਜਿਹੜਾ ਇੱਦਾਂ ਦੀ ਇਨਫੋਰਮੇਸ਼ਨ ਪਹੁੰਚਾਈ ਜਾਵੇ। ਤੁਸੀਂ ਜਿਹਨੂੰ ਰੈਗੂਲਰਲੀ ਆਪਣੇ ਲਾਈਫ 'ਚ ਯੂਜ਼ ਕਰੋ, ਉਹ ਤੋਂ ਬਚੋ, ਕਿੱਦਾਂ ਉਹਨੂੰ ਪੋਜ਼ਿਟਿਵਲੀ ਯੂਜ਼ ਕਰੋ। ਸੋ ਮਿਲਦੇ ਹਾਂ ਜੀ ਇੱਦਾਂ ਹੀ ਨੈਕਸਟ ਵੀਡੀਓ ਦੇ ਵਿੱਚ। ਦੇਖਦੇ ਰਹੋ ਦ ਸਿਟੀ ਹੈਡਲਾਈਨਸ।